ਸਾਈਕਲ ਦਾ ਚੈਨ ਟੁੱਟਿਆ ਤੇ ਘਰ 'ਚ ਅਫਰਾ ਤਫਰੀ ਆ ਗਈ। ਗਰੀਬ ਤੇ ਜਿਸਲੇ ਮੁਸੀਬਤ ਆਉਂਦੀ ਹੈ ਤੇ ਹੋਰ ਉਹ ਦਬਦਾ ਜਾਂਦਾ, ਉਹਨੂੰ ਸਮਝ ਨਹੀਂ ਆਉਂਦੀ ਉਹਨੇ ਕੀ ਕਰਨਾ ਹੈ। ਜਵਾਨ ਕਹਿੰਦਾ ਅਸੀਂ ਬੜੇ ਗਰੀਬ ਆ, ਅੱਬਾ ਜੀ ਮੇਰੇ ਸਾਈਕਲ ਤੇ ਸਮੋਸੇ ਵੇਚਦੇ ਨੇ। ਕਹਿੰਦਾ ਸਵੇਰ ਘਰੋਂ ਨਿਕਲਦੇ ਤੇ ਸ਼ਾਮੀ ਘਰ ਆਉਂਦੇ ਨੇ, ਕਈ ਵਾਰੀ ਰਾਤ ਹੋ ਜਾਂਦੀ ਹੈ, ਉਹਨਾਂ ਦਾ ਦਿਲ ਇਹ ਕਰਦਾ ਕਿ ਮੈਂ ਸਾਰੇ ਸਮੋਸੇ ਵੇਚ ਕੇ ਆਵਾਂ। ਕਹਿੰਦਾ ਮੇਰੇ ਜਿਹੜੇ ਯਾਰ ਦੋਸਤ ਨੇ ਉਹ ਮੇਰੇ ਮਜ਼ਾਕ ਉਡਾਉਂਦੇ ਸੀ, ਮੈਨੂੰ ਵੀ ਸਮੋਸੇ ਹੀ ਕਹਿੰਦੇ ਸੀ। ਜਿਸਲੇ ਮੈਂ ਬਾਹਰ ਨਿਕਲਦਾ ਸਾਂ ਮੇਰਾ ਅੱਬਾ ਆਵਾਜ਼ਾਂ ਦਿੰਦਾ ਸੀ, ਉਸੇ ਤਰ੍ਹਾਂ ਆਵਾਜ਼ਾਂ ਦੇ ਕੇ ਤੇ ਮੈਨੂੰ ਬੁਲਾਉਂਦੇ ਸੀ, ਲੇਕਿਨ ਕਹਿੰਦਾ ਮੈਨੂੰ ਕੋਈ ਮਹਿਸੂਸ ਨਹੀਂ ਸੀ। ਜ਼ਾਹਿਰੀ ਗੱਲ ਅਸੀਂ ਮਿਹਨਤ ਕਰਕੇ ਖਾਂਦੇ ਸਾਂ। ਕਹਿੰਦਾ ਅੰਮਾ ਵੀ ਬੜੀ ਮਿਹਨਤ ਕਰਦੇ ਸੀ, ਅੱਬਾ ਜੀ ਸੇ ਸ਼ਾਮੀ ਘਰ ਆਉਂਦੇ ਸੀ, ਰੋਟੀ ਵੀ ਬਣਾਉਂਦੇ ਸੀ, ਔਰ ਛੱਡ ਕੇ ਸਮੋਸਿਆਂ ਵਾਸਤੇ ਸਾਰਾ ਸਮਾਨ ਤਿਆਰ ਕਰਕੇ ਪਹਿਲੇ ਹੀ ਰੱਖ ਦਿੰਦੇ ਸੀ। ਅੱਬਾ ਜੀ ਆਉਂਦੇ ਰੋਟੀ ਖਾ ਕੇ ਲੰਮੇ ਪੈ ਰਹਿੰਦੇ ਸੀ। ਕਹਿੰਦਾ ਮੈਂ ਸਾਈਕਲ ਦੇ ਚੈਨ ਵਗੈਰਾ ਨੂੰ ਤੇਲ ਦੇ ਕੇ ਤੇ ਉਹਨੂੰ ਖਿਲਾ ਦਿੰਦਾ ਸਾਂ। ਕਹਿੰਦਾ ਅੰਮਾ ਜੀ ਸਵੇਰ 4 ਵਜੇ ਫੇਰ ਉੱਠ ਕੇ ਤੇ ਸਮੋਸੇ ਜਿਹੜਾ ਤਿਆਰ ਕਰਨ ਲੱਗ ਪੈਂਦੇ, ਬਾਅਦ 'ਚ ਉਹਨਾਂ ਨੂੰ ਤਲ ਕੇ ਤੇ ਅੱਬਾ ਜੀ ਦੇ ਉੱਠਣ ਤੋਂ ਪਹਿਲਾਂ ਸਾਰੇ ਤਿਆਰ ਹੁੰਦੇ ਸੀ। ਚਟਨੀ ਵਗੈਰਾ ਬਣਾ ਕੇ ਇੱਕ ਕਰੇਟ ਜਿਹਾ ਰੱਖਿਆ ਸੀ ਨੇ, ਉਹਦੇ ਸਮੋਸੇ ਰੱਖ ਕੇ ਤੇ ਸਾਈਕਲ ਦੇ ਪਿੱਛੇ ਰੱਖ ਦਿੰਦੇ ਸੀ। ਅੱਬਾ ਜੀ ਸਾਈਕਲ ਲੈ ਕੇ ਜਿਸਲੇ ਨਿਕਲਦੇ ਸੀ ਪਿੰਡ ਵਿੱਚ ਹੀ ਆਵਾਜ਼ਾਂ ਦੇਣ ਲੱਗ ਪੈਂਦੇ ਸੀ। ਕਈ ਵਾਰੀ ਪਿੰਡ 'ਚ ਹੀ ਢੇਰ ਸਮੋਸੇ ਵਿਕ ਜਾਂਦੇ ਸੀ, ਲੇਕਿਨ ਕਹਿੰਦਾ ਜ਼ਿਆਦਾਤਰ ਦੂਸਰੇ ਪਿੰਡਾਂ ਜਾ ਕੇ ਅੱਬਾ ਜੀ ਸਮੋਸੇ ਵੇਚ ਕੇ ਆਉਂਦੇ ਸੀ। ਕਹਿੰਦਾ ਕਈ ਵਾਰੀ ਨਹੀਂ ਸੀ ਵਿਕਦੇ, ਲੇਕਿਨ ਅੱਬਾ ਜੀ ਫੇਰ ਵੀ ਸਾਨੂੰ ਨਹੀਂ ਸੀ ਦਿੰਦੇ, ਆਂਡੀਆਂ ਗਵਾਂਡੀਆਂ ਨੂੰ ਸਸਤੇ ਦੇ ਦਿੰਦੇ। ਕਹਿੰਦਾ ਸਾਡਾ ਇਹ ਦਿਲ ਕਰਦਾ ਸੀ ਕਿ ਚਲੋ ਇੱਕ ਸਮੋਸਾ ਬਾਜੇ ਆ ਕੇ ਸ਼ਾਮੀ ਅਸੀਂ ਖਾ ਲਈਏ, ਲੇਕਿਨ ਕਹਿੰਦਾ ਉਹ ਵੀ ਨਸੀਬ ਨਹੀਂ ਸੀ ਹੁੰਦਾ। ਜ਼ਾਹਿਰੀ ਗੱਲ ਹੈ ਉਹਨਾਂ ਦਿਲ ਕਰਦਾ ਸੀ ਕਿ ਚਲੋ ਵਿਕਣ ਤੇ ਘਰ ਕੋ ਪੈਸੇ ਆਉਣ, ਆਂਡੀ ਰੋਟੀ ਉਹਦੀ ਬਣ ਜੇ। ਕਹਿੰਦਾ ਜ਼ਾਹਿਰੀ ਗੱਲ ਹੈ ਗਰੀਬ ਇਤਨੇ ਜ਼ਿਆਦਾ ਸਾ। ਕਹਿੰਦਾ ਇੱਕ ਦਿਨ ਇੰਜ ਹੋਇਆ ਕਿ ਅੱਬਾ ਜੀ ਸਾਈਕਲ ਲੈ ਕੇ ਗਏ ਸੀ ਉੱਥੇ ਸਮੋਸੇ ਵੇਚਣ ਵਾਸਤੇ। 2 ਵਜੇ ਨਾਲ ਇੱਕ ਮੁੰਡੇ ਨੇ ਆ ਕੇ ਮੈਨੂੰ ਦੱਸਿਆ ਕਿ ਤੇਰਾ ਅੱਬਾ ਜੀ ਉੱਥੇ ਫਲਾਣੇ ਪਿੰਡ ਖਲੋਤੇ ਨੇ, ਤੈਨੂੰ ਬੁਲਾਉਣ ਲੱਗੇ ਨੇ, ਉੱਥੇ ਜਾ। ਕਹਿੰਦਾ ਮੈਂ ਕਿਹਾ ਕੀ ਹੋਇਆ? ਕਹਿੰਦਾ ਪਤਾ ਨਹੀਂ, ਉਹਨਾਂ ਦਾ ਸਾਈਕਲ ਖਰਾਬ ਹੋ ਗਿਆ। ਕਹਿੰਦਾ ਮੈਂ ਆਪਣੇ ਯਾਰ ਕੋਲ ਗਿਆ, ਉਹਨੂੰ ਜਾ ਕੇ ਆਖਿਆ ਕਿ ਆਪਣਾ ਸਾਈਕਲ ਦੇ, ਲੇਕਿਨ ਕਹਿੰਦਾ ਉਹਦੇ ਘਰ ਦੇ ਸਾਨੂੰ ਸਾਈਕਲ ਨਹੀਂ ਸੀ ਦਿੰਦੇ। ਕਹਿੰਦਾ ਜ਼ਾਹਿਰੀ ਗੱਲ ਹੈ ਗਰੀਬ ਦੀ ਕੌਣ ਬੰਦਾ ਸੁਣਦਾ। ਕਹਿੰਦਾ ਮੈਂ ਕਿਹਾ ਚੱਲ ਯਾਰ ਤੂੰ ਵੀ ਮੇਰੇ ਨਾਲ ਚੱਲ, ਅੱਬਾ ਜੀ ਮੈਨੂੰ ਬੁਲਾਉਂਦੇ ਨੇ ਪਏ, ਉਹਨਾਂ ਦਾ ਸਾਈਕਲ ਖਰਾਬ ਹੋ ਗਿਆ। ਕਹਿੰਦਾ ਉਹ ਮੇਰੇ ਨਾਲ ਗਿਆ ਉੱਥੇ ਤੇ ਕਹਿੰਦਾ ਜਾ ਕੇ ਦੇਖਿਆ ਤੇ ਸਾਈਕਲ ਦਾ ਜਿਹੜਾ ਚੈਨ ਹੈ ਉਹ ਟੁੱਟ ਗਿਆ ਸੀ। ਅੱਬਾ ਜੀ ਕਹਿੰਦੇ ਨੇ ਪੁੱਤਰ ਇੰਜ ਕਰ, ਜਾ ਲੈ ਜਾ ਇਹਨੂੰ ਸਾਈਕਲ ਨੂੰ ਤੇ ਉੱਥੋਂ ਜਾ ਕੇ ਠੀਕ ਕਰਾ ਲਿਆ। ਕਹਿੰਦਾ ਸਾਡੇ ਪਿੰਡ ਤੋਂ ਤਕਰੀਬਨ 4 ਕਿਲੋਮੀਟਰ ਦੂਰ ਹੈ ਉਹ ਜਿਹੜਾ ਸਾਈਕਲ ਠੀਕ ਕਰਨ ਵਾਲਾ। ਕਹਿੰਦਾ ਮੈਂ ਕਿਹਾ ਅੱਬਾ ਜੀ ਤੁਸੀਂ ਚਲੋ ਕਾਰ ਤੇ, ਮੈਂ ਆਉਣਾ। ਆਉਂਦਾ ਨਹੀਂ ਪੁੱਤਰ ਤੂੰ ਸਿੱਧਾ ਹੀ ਲੈ ਜਾ ਉੱਥੇ ਤੇ ਠੀਕ ਕਰਾ ਕੇ ਤੇ ਕਾਲ। ਮੈਂ ਕਿਹਾ ਅੱਬਾ ਜੀ ਚਲੋ ਤੇ ਸਹੀ। ਕਹਿੰਦਾ ਮੈਂ ਯਾਰ ਦਾ ਸਾਈਕਲ ਉਹਨਾਂ ਨੂੰ ਆਖਿਆ ਤੁਸੀਂ ਲਵੋ, ਮੈਂ ਉਹਨੂੰ ਆਖਿਆ ਚੱਲ ਅਸੀਂ ਟੁਰਦੇ ਚੱਲਨੇ ਆ। ਕਹਿੰਦਾ ਅਸੀਂ ਟੁਰਦੇ ਟੁਰਦੇ ਦੂਸਰੇ ਪਿੰਡ 'ਚ ਆਏ ਤੇ ਕਾਫੀ ਸਾਨੂੰ ਟਾਈਮ ਲੱਗ ਗਿਆ। ਕਹਿੰਦਾ ਜਿਸ ਵੇਲੇ ਘਰ ਆਏ ਆ ਤੇ ਅੱਬਾ ਜੀ ਗੁੱਸੇ ਹੋਣ ਲੱਗ ਪਏ, ਪੁੱਤਰ ਤੈਨੂੰ ਆਖਿਆ ਸੀ ਸਿੱਧਾ ਸਾਈਕਲ ਵਾਲੇ ਕੋਲ ਲੈ ਜਾ ਤੇ ਤੂੰ ਕਾਰ ਲੈ ਆਂਦਾ। ਕਹਿੰਦਾ ਮੈਂ ਕਿਹਾ ਅੱਬਾ ਜੀ ਤੁਸੀਂ ਫਿਕਰ ਨਾ ਕਰੋ, ਮੈਂ ਲੈ ਜਾਣਾ। ਕਹਿੰਦਾ ਕਾਰ ਮੈਂ ਤੇ ਮੇਰਾ ਯਾਰ ਜਿਹੜਾ ਬੜੀ ਅਸੀਂ ਕੋਸ਼ਿਸ਼ ਕੀਤੀ ਕਿ ਚੈਨ ਦੀ ਘੁਰੀ ਜਿਹੜੀ ਆ ਅਸੀਂ ਪਾ ਲਵੀਏ। ਕਹਿੰਦਾ ਸਾਡੇ ਕੋਲੋਂ ਕੋਨਾ ਪਈ। ਕਹਿੰਦਾ ਫੇਰ ਅੱਗੋਂ ਕੋਸ਼ਿਸ਼ ਕਰਨ ਲੱਗ ਪਏ ਕਿ ਤਾਰਾਂ ਨਾਲ ਜਿਹੜਾ ਨਾ ਉਹਨੂੰ ਜੋੜ ਲਵੀਏ। ਕਹਿੰਦਾ ਲੇਕਿਨ ਉਹ ਸਾਡੇ ਕੋਲੋਂ ਕੋਨਾ ਜੁੜੀ। ਅੱਬਾ ਜੀ ਕਹਿੰਦਾ ਪੁੱਤਰ ਇਹ ਮੈਂ ਸਾਰੀ ਦਿਹਾੜੀ ਸਾਈਕਲ ਚਲਾਉਣਾ ਤੇ ਇਹ ਤੇ ਕੰਮ ਨਹੀਂ ਚੱਲੇਗਾ, ਤੂੰ ਮੇਰਾ ਪੁੱਤਰ ਉੱਥੋਂ ਜਾ ਕੇ ਠੀਕ ਕਰਾ ਲਿਆ ਤੇ ਚੰਗਾ ਰਵੇ। ਕਹਿੰਦਾ ਮੈਂ ਕਿਹਾ ਠੀਕ ਆ ਅੱਬਾ ਜੀ ਮੈਂ ਠੀਕ ਕਰਾ ਲਿਆਉਣਾ। ਕਹਿੰਦਾ ਮੈਂ ਯਾਰ ਮੇਰਾ ਆਂਦਾ ਕਿ ਅਸੀਂ ਹਾਲੀ ਚੈਨ ਲੈ ਜਾਂਦੇ ਆ, ਉੱਥੋਂ ਜਾ ਕੇ ਘੂਰੀ ਪਵਾ ਕੇ ਲੈ ਆਉਂਦੇ ਆ ਤੇ ਘਰ ਆ ਕੇ ਚੈਨ ਚਾੜ ਲਾਂਗੇ। ਕਹਿੰਦਾ ਮੈਂ ਕਿਹਾ ਚੱਲ ਸਹੀ ਹੈ। ਕਹਿੰਦਾ ਜਿਸਲੇ ਅੱਬਾ ਜੀ ਨੇ ਦੇਖਿਆ, ਅੱਬਾ ਜੀ ਕਹਿੰਦੇ ਪੁੱਤਰ ਇੰਜ ਨਹੀਂ ਸਹੀ, ਤੂੰ ਸਾਈਕਲ ਲੈ ਜਾ ਨਾਲ ਤੇ ਨਾਲ ਹੀ ਪਵਾ ਲੈਣਾ ਹੀ। ਅੱਬਾ ਜੀ ਤੁਸੀਂ ਟੈਨਸ਼ਨ ਨਾ ਲਵੋ, ਅਸੀਂ ਠੀਕ ਕਰਾ ਲਿਆਵਾਂਗੇ। ਕਹਿੰਦਾ ਮੈਂ ਯਾਰ ਨਾਲ ਸਾਈਕਲ ਤੇ ਬੈਠਾ। ਕਹਿੰਦਾ 3-4 ਕਿਲੋਮੀਟਰ ਕੋਈ ਥੋੜਾ ਜਿਹਾ ਨਹੀਂ ਹੁੰਦਾ। ਕਹਿੰਦਾ ਤੂੰ ਰਾਹ ਵੀ ਸਾਡੇ ਸਾਰੇ ਕੱਚੇ ਨੇ, ਬੜੀ ਮੁਸ਼ਕਲ ਹੈ ਸਾਈਕਲ ਚੱਲਦਾ। ਕਹਿੰਦਾ ਬਹਰਹਾਲ ਅਸੀਂ ਜਿਸ ਤਰ੍ਹਾਂ ਵੀ ਹੈ ਵਾਰੀਓ ਵਾਰੀ ਸਾਈਕਲ ਚਲਾ ਕੇ ਤੇ ਉੱਥੇ ਸਾਈਕਲਾਂ ਵਾਲੀ ਦੁਕਾਨ ਤੇ ਪਹੁੰਚ ਗਏ। ਕਹਿੰਦਾ ਜਿਸਲੇ ਉੱਥੇ ਪਹੁੰਚੇ ਅੱਗੇ ਬੜਾ ਰਸ਼ ਪਿਆ ਸੀ ਉੱਥੇ। ਕਹਿੰਦਾ ਹਰ ਬੰਦਾ ਹੀ ਉੱਥੇ ਪਿੰਡਾਂ 'ਚ ਸਾਈਕਲ ਚਲਾਉਂਦਾ। ਕਹਿੰਦਾ ਜਾ ਕੇ ਜਿਸਲੇ ਉਹਨੂੰ ਦੱਸਿਆ ਕਿ ਇਹ ਜਿਹੜਾ ਸਾਡਾ ਚੈਨ ਹੈ ਇਹ ਟੁੱਟ ਗਿਆ, ਅਸੀਂ ਸਹੀ ਕਰਾਉਣਾ। ਕਹਿੰਦਾ ਉਹ ਅੱਗੋਂ ਕਹਿੰਦਾ ਕਿ ਇਸ ਤਰ੍ਹਾਂ ਮੈਂ ਸਹੀ ਨਹੀਂ ਕਰਦਾ, ਨਾ ਹੀ ਮੈਂ ਕਿਸੇ ਕੋਲੋਂ ਪੈਸੇ ਲੈਣਾ, ਤੁਸੀਂ ਆਪਣਾ ਸਾਈਕਲ ਲੈ ਕੇ ਆਓ ਤੇ ਫਿਰ ਮੈਂ ਸਾਈਕਲ ਨੂੰ ਜਿਹੜਾ ਇਹ ਚੈਨ ਪਾਵਾਂਗਾ। ਕਹਿੰਦਾ ਅਸੀਂ ਬੜੀ ਦੂਰੋਂ ਆਏ ਆ, ਮਿਹਰਬਾਨੀ ਕਰ ਇਹਦੀ ਘੂਰੀ ਠੀਕ। ਉਹਨੇ ਕਿਹਾ ਮੈਂ ਠੀਕ ਕਰਕੇ ਇਸ ਤਰ੍ਹਾਂ ਨਹੀਂ ਦੇ ਸਕਦਾ, ਅਗਰ ਵੱਡੀ ਹੋ ਗਈ ਤੇ ਫਿਰ ਵੀ ਤੁਹਾਨੂੰ ਮਸਲਾ, ਛੋਟੀ ਹੋ ਗਈ ਫਿਰ ਵੀ ਮਸਲਾ। ਉਹਨੇ ਆਖਿਆ ਨਹੀਂ ਤੁਸੀਂ ਆਪਣਾ ਸਾਈਕਲ ਲੈ ਕੇ ਆਓ। ਕਹਿੰਦਾ ਅਸੀਂ ਫਿਰ ਮੂੰਹ ਚੁੱਕਿਆ, ਇਸਲੇ ਵਾਪਸ ਟੁਰੇ। ਕਹਿੰਦਾ ਸਾਈਕਲ ਚਲਾ ਚਲਾ ਕੇ ਸਾਡੀ ਯੱਬ ਨਿਕਲ ਗਈ। ਕਹਿੰਦਾ ਜਿਸਲੇ ਮੈਂ ਘਰ ਪਹੁੰਚਿਆ ਤੇ ਅੱਬਾ ਜੀ ਕਹਿੰਦੇ ਠੀਕ ਕਰਾ ਲੈਂਦੀ। ਮੈਂ ਕਿਹਾ ਨਹੀਂ ਅੱਬਾ ਜੀ, ਉਹ ਕਹਿੰਦਾ ਸਾਈਕਲ ਲੈ ਕੇ ਆਓ। ਕਹਿੰਦਾ ਅੱਬਾ ਜੀ ਨੂੰ ਗੁੱਸਾ ਚੜ ਗਿਆ, ਫੜ ਕੇ ਮੈਨੂੰ ਉਹਨਾਂ ਕੁੱਟਣਾ ਸ਼ੁਰੂ ਕਰਤਾ। ਨੇ ਕਿਹਾ ਬਗੈਰ ਤਾਂ ਤੈਨੂੰ ਮੈਂ ਪਹਿਲਾਂ ਹੀ ਆਖਿਆ ਸੀ ਸਵੇਰ ਮੈਂ ਜਾਣਾ, ਉਤੋਂ ਸਮੋਸਿਆਂ ਦਾ ਸਾਰਾ ਮਸਾਲਾ ਬਣਿਆ ਪਿਆ ਤੇ ਖਰਾਬ ਹੋ ਜਾਏਗਾ, ਤੂੰ ਜਾ ਕੇ ਸਾਈਕਲ ਠੀਕ ਕਰਾ ਕੇ ਲਿਆ। ਕਹਿੰਦਾ ਕਿ ਮੈਂ ਆਪਣੇ ਯਾਰ ਨੂੰ ਆਖਿਆ ਕਿ ਚੱਲ ਮੈਨੂੰ, ਕਹਿੰਦਾ ਮੈਂ ਨਹੀਂ ਨਾਲ ਜਾਣਾ, ਤੂੰ ਇਕੱਲੇ ਜਾ, ਹੁਣ ਸ਼ਾਮ ਹੋਣ ਲੱਗੀ ਹੈ। ਕਹਿੰਦਾ ਮੈਂ ਬੜਾ ਪਰੇਸ਼ਾਨ ਹਾਂ, ਇਕੱਲਾ ਮੈਂ ਕਿਸ ਤਰ੍ਹਾਂ ਜਾਵਾਂ। ਕਹਿੰਦਾ ਜ਼ਾਹਿਰੀ ਗੱਲ ਹੈ ਅੱਬੇ ਅੱਗੇ ਬੋਲ ਵੀ ਨਹੀਂ ਸੀ ਮੈਂ ਸਕਦਾ। ਕਹਿੰਦਾ ਸਾਈਕਲ ਜਿਹੜਾ ਮੈਂ ਉਹ ਚਲਾ ਕੇ ਤੇ ਖੜਨਾ ਸੀ, ਟੋਰ ਕੇ ਲੈ ਕੇ ਜਾਣਾ ਸੀ। ਕਹਿੰਦਾ ਬਹਰਹਾਲ ਮੈਂ ਜਿਹੜਾ ਨਾ ਚੁੱਪ
करके ਉਹਨੂੰ ਲੈ ਕੇ ਸਾਈਕਲ ਨੂੰ ਨਿਕਲ ਪਿਆ। ਕਹਿੰਦਾ ਜੂੰ ਟੁਰਿਆ ਕਹਿੰਦਾ ਬੜੀ ਮੁਸ਼ਕਲ ਨਾਲ ਉਸ ਦੁਕਾਨ ਤੇ ਮੈਂ ਪਹੁੰਚਿਆ। ਕਹਿੰਦਾ ਜੂੰ ਹੀ ਪਹੁੰਚਿਆ ਤੇ ਅੱਗੋਂ ਉਹ ਦੁਕਾਨ ਪਿਆ ਬੰਦ ਕਰਦਾ ਸੀ। ਕਹਿੰਦਾ ਮੈਂ ਉਹਨੂੰ ਆਖਿਆ ਕਿ ਭਾਈ ਮਿਹਰਬਾਨੀ ਕਰਕੇ ਹੁਣ ਚੈਨ ਮੇਰਾ ਸਹੀ। ਉਹਨੇ ਕਿਹਾ ਯਾਰ ਹੁਣ ਤਾਂ ਮੈਂ ਬੰਦ ਪਿਆ ਕਰਨਾ। ਕਹਿੰਦਾ ਮੈਂ ਕਿਹਾ ਮੈਂ ਅੱਗੇ ਵੀ ਆਇਆ ਤੁਹਾਡੇ ਕੋਲ, ਤੁਸੀਂ ਆਖਿਆ ਸਾਈਕਲ ਲੈ ਕੇ ਆਓ ਤੇ ਅੱਬਾ ਜੀ ਨੇ ਸਵੇਰ ਸਮੋਸੇ ਵੇਚਣ ਜਾਣਾ ਤੇ ਮਿਹਰਬਾਨੀ ਕਰੋ। ਕਹਿੰਦਾ ਨਹੀਂ ਜੀ ਅਸੀਂ ਹੁਣ ਠੀਕ ਨਹੀਂ ਕਰ ਸਕਦੇ, ਤੂੰ ਸਾਈਕਲ ਉਹਦਾ ਦੇ ਜਾ, ਮੈਂ ਅੰਦਰ ਖਿਲਾ ਦਿਆਂ ਤੇ ਸਵੇਰ ਪਹਿਲੇ ਟਾਈਮ ਆ ਕੇ ਲੈ ਜੀ। ਕਹਿੰਦਾ ਮੈਂ ਕਿਹਾ ਚਲੋ ਸਹੀ ਹੈ ਠੀਕ ਹੈ। ਕਹਿੰਦਾ ਮੈਂ ਅੰਦਰ ਜਿਹੜਾ ਖਿਲਾਤਾ, ਉਹਨੇ ਆਖਿਆ ਸੀ ਸਵੇਰ ਜਿਹੜਾ 7 ਵਜੇ ਤੂੰ ਆ ਜੀ ਤੇ ਤੈਨੂੰ ਸਾਈਕਲ ਲੱਭ ਜਾਏਗਾ, ਮੈਂ ਠੀਕ ਕਰ ਦਿਆਂਗਾ ਝੱਟ ਵਿੱਚ ਹੀ। ਕਹਿੰਦਾ ਮੈਂ ਤੂੰ ਫਿਰ ਵਾਪਸ ਜੂੰ ਟੁਰਿਆ। ਕਹਿੰਦਾ ਬੜੀ ਮੁਸ਼ਕਿਲ ਨਾਲ ਘਰ ਪਹੁੰਚਿਆ, ਹਨੇਰਾ ਪਿਆ ਸੀ, ਡਰ ਵੀ ਬੜਾ ਲੱਗਦਾ ਸੀ। ਕਹਿੰਦਾ ਜੂੰ ਹੀ ਘਰ ਪਹੁੰਚਿਆ ਤੇ ਅੱਬਾ ਜੀ ਕਹਿੰਦੇ ਪੁੱਤਰ ਸਾਈਕਲ ਕੀਤੀ। ਕਹਿੰਦਾ ਮੈਂ ਇਸ ਤਰ੍ਹਾਂ ਦੱਸਿਆ ਕਿ ਸਾਈਕਲ ਜਿਹੜਾ ਮੈਂ ਉਹਨੂੰ ਦੇ ਆਇਆ, ਉਹ ਕਹਿੰਦਾ ਸਵੇਰ 7 ਵਜੇ ਲੈ ਜੀ, ਹੁਣ ਮੈਂ ਠੀਕ ਨਹੀਂ ਕਰ ਸਕਦਾ, ਮੈਨੂੰ ਐਮਰਜੈਂਸੀ ਹੈ, ਮੈਂ ਕਿਧਰੇ ਜਾਣਾ ਹੈ। ਕਹਿੰਦਾ ਅੱਬਾ ਜੀ ਨੇ ਮੈਨੂੰ ਕੁੱਟਣਾ ਫਿਰ ਸ਼ੁਰੂ ਕਰਤਾ, ਤੈਨੂੰ ਆਖਿਆ ਵੀ ਸੀ ਹੁਣ ਸਵੇਰ ਤੂੰ ਕਿੱਧਰੋਂ ਲੈ ਕੇ ਆਵੇਂਗਾ। ਕਹਿੰਦਾ ਮੈਂ ਕਿਹਾ ਅੱਬਾ ਜੀ ਤੁਸੀਂ ਪਰੇਸ਼ਾਨ ਨਾ ਹੋਵੋ, ਮੈਂ ਲੈ ਆਵਾਂਗਾ, ਤੁਸੀਂ 8 ਵਜੇ 9 ਵਜੇ ਘਰੋਂ ਨਿਕਲਦੇ ਹੋ, ਇੰਨੀ ਦੇਰ ਨੂੰ ਸਾਈਕਲ ਆ ਜਾਏਗਾ। ਕਹਿੰਦਾ ਮੈਂ ਜਿਹੜਾ ਨਾ ਸਿੱਧਾ ਗਿਆ ਆਪਣੇ ਯਾਰ ਦਾ ਦਰਵਾਜ਼ਾ ਖੜਕਾਇਆ, ਮੈਂ ਉਹਨੂੰ ਆਖਿਆ ਕਿ ਇਸ ਤਰ੍ਹਾਂ ਜਿਹੜਾ ਨਾ ਸਵੇਰ ਮੈਂ ਜਾਣਾ ਤੇ ਤੂੰ ਮੇਰੇ ਨਾਲ ਜਾਣਾ ਹੈ। ਕਹਿੰਦਾ ਸਹੀ ਆ ਲਗੇ ਜਾਵਾਂਗੇ। ਕਹਿੰਦਾ ਅੱਗੂ ਚਲੇ ਸਵੇਰ ਹੋਈ, ਮੈਂ 5 ਵਜੇ ਉੱਠ ਕੇ ਤੇ ਜਾ ਕੇ ਉਹਦਾ ਦਰਵਾਜ਼ਾ ਖੜਕਾਇਆ ਤਾਂ ਕਿ ਟਾਈਮ ਨਾਲ ਅਸੀਂ ਨਿਕਲ ਜਾਈਏ, 7 ਵਜੇ ਉੱਥੇ ਪਹੁੰਚ ਜਾਈਏ। ਕਹਿੰਦਾ ਉਹਨੇ ਬਾਰਾ ਮੇਰੀ ਕੋਈ ਗੱਲ ਨਾ ਸੁਣੀ। ਕਹਿੰਦਾ ਨਹੀਂ ਯਾਰ ਮੈਂ ਨਹੀਂ ਜਾ ਸਕਦਾ, ਤੂੰ ਜਿਹੜਾ ਆਪੂ ਲਗਾ ਜਾ। ਕਹਿੰਦਾ ਮੈਂ ਜੂੰ ਉੱਥੋਂ ਪੈਦਲ ਨਿਕਲਿਆ। ਕਹਿੰਦਾ ਟੁਰ ਕੇ ਮੇਰੀ ਯੱਬ ਨਿਕਲ ਗਈ। ਕਹਿੰਦਾ ਬਹਰਾਲ ਜਿਸ ਵੇਲੇ ਮੈਂ ਦੁਕਾਨ ਤੇ ਪਹੁੰਚਿਆ ਤੇ ਆਈਓ ਕੋਈ ਨਹੀਂ ਸੀ ਆਇਆ, 6:30 ਹੋਏ ਸੀ। ਕਹਿੰਦਾ ਮੈਂ ਬਹਿ ਕੇ ਤੂੰ 7:30 ਹੋ ਗਏ, ਮੈਨੂੰ ਟੈਨਸ਼ਨ ਹੋਣ ਲੱਗ ਪਈ, ਉਹ ਆਉਂਦਾ ਨਹੀਂ ਪਿਆ। ਕਹਿੰਦਾ ਪਰ ਇਤਨੀ ਦੇਰ ਨੂੰ ਉਹ ਆ ਗਿਆ। ਕਹਿੰਦਾ ਆਉਂਦਿਆਂ ਸਾਥ ਕਹਿੰਦਾ ਤੂੰ ਆਏ? ਕਹਿੰਦਾ ਮੈਂ ਕਿਹਾ ਬਿਲਕੁਲ ਆਇਆ, ਮਿਹਰਬਾਨੀ ਕਰਕੇ ਮੈਨੂੰ ਸਾਈਕਲ ਸਹੀ ਕਰਕੇ ਦਿਓ ਤੇ ਮੈਂ ਜਾਵਾਂ। ਕਹਿੰਦਾ ਬਹਰਾਲ ਉਹਨੇ 2 ਮਿੰਟ ਵੀ ਨਾ ਲਾਏ ਤੇ ਉਹਨੇ ਚੈਨ ਜਿਹੜਾ ਘੂਰੀ ਪਾ ਕੇ ਤੇ ਫਟਫਟ ਸਹੀ ਕਰ ਦੇ। ਕਹਿੰਦਾ ਮੈਂ ਕਿਹਾ ਤੁਸੀਂ ਕੱਲ ਹੀ ਕਰ ਦਿੰਦੇ, ਮੈਂ ਇਤਨੇ ਵਕਤ ਹੀ ਪਿਆ। ਉਹਨੇ ਆਖਿਆ ਬਹਰਾਲ ਸਾਈਕਲ ਆਪਣਾ ਲੈ ਜਾ। ਕਹਿੰਦਾ ਮੈਂ ਸਾਈਕਲ ਉੱਥੋਂ ਲਿਆ, ਚਲਾ ਕੇ ਤੇ ਸਿੱਧਾ ਘਰ ਆਇਆ। ਕਹਿੰਦਾ ਜਿਵੇਂ ਮੈਂ ਘਰ ਆਇਆ ਅੱਗੂ ਅੱਬਾ ਜੀ ਬੜੇ ਗੁੱਸੇ 'ਚ ਮੈਨੂੰ ਕਹਿੰਦੇ ਨੇ ਕਿ ਪੁੱਤਰ ਅੱਜ ਮੈਂ ਨਹੀਂ ਜਾਣਾ, ਤੂੰ ਇਕੱਲੇ ਹੀ ਜਾ ਕੇ ਸਮੋਸੇ ਵੇਚ ਕੇ ਆ, ਕਿੰਨਾ ਤੂੰ ਟਾਈਮ ਕਰ ਦਿੱਤਾ। ਕਹਿੰਦਾ ਮੈਂ ਕਿਹਾ ਠੀਕ ਹੈ ਅੱਬਾ ਜੀ ਮੈਂ ਲੈ ਜਾਣਾ। ਕਹਿੰਦਾ ਮੈਂ ਇੰਜ ਕੀਤਾ, ਜਿਸ ਵੇਲੇ ਰੱਖੇ ਸਮੋਸੇ ਉੱਤੇ ਚਟਨੀ ਵਗੈਰਾ ਰੱਖ ਕੇ ਅੰਮਾਰੀ ਕਹਿੰਦੇ ਨਾ ਟੋਰ ਉਸੂ ਨਿੱਕਿਆ ਤੇ ਐਵੇਂ ਕਿਹੜੇ ਸਮੋਸੇ ਸੱਟ ਕੇ ਜਾਂ ਕਿਸੇ ਖੋਹ ਲਏ ਤੇ ਅੱਬਾ ਜੀ ਕਹਿੰਦੇ ਖੋਂਦੇ ਨੇ ਤੇ ਪੇ ਖੋ, ਅੱਜ ਮੈਂ ਕੋ ਨਹੀਂ ਜਾਣਾ। ਕਹਿੰਦਾ ਅੱਬਾ ਜੀ ਨੇ ਇਹ ਸੋਚ ਕੇ ਤੇ ਘਰ ਬਹਿ ਰਹੇ। ਕਹਿੰਦਾ ਮੈਂ ਜੂੰ ਨਿਕਲਿਆ ਤੇ ਮੈਂ ਅੱਗੋਂ ਆਵਾਜ਼ ਦੇਣੀ ਸ਼ੁਰੂ ਕਰ ਦਿੱਤੀ ਆਪਣੇ ਪਿੰਡ ਜੀ। ਕਹਿੰਦਾ ਯਾਰਾਂ ਮੇਰੇ ਦੋਸਤਾਂ ਨੇ ਬੜਾ ਮਜ਼ਾਕ ਉਡਾਇਆ, ਲੇਕਿਨ ਕਹਿੰਦਾ ਮੈਨੂੰ ਜ਼ਰਾ ਮਾਸਾ ਵੀ ਅਸਰ ਨਾ ਹੋਇਆ। ਕਹਿੰਦਾ ਮੈਂ ਬਾਰਾ ਉੱਤੇ ਕੋਈ ਥੋੜੇ ਜਿਹੇ ਸਮੋਸੇ ਵੇਚੇ। ਅੱਗੋਂ ਕਹਿੰਦਾ ਜਿਸ ਵੇਲੇ ਦੂਸਰੇ ਪਿੰਡ ਮੈਂ ਗਿਆ ਨਾ ਤੇ ਉੱਥੇ ਸ਼ਾਦੀ ਸੀ। ਕਹਿੰਦਾ ਸ਼ਾਦੀ ਵਾਲੇ ਘਰ ਜਿਹੜਾ ਮੈਂ ਬਿਲਕੁਲ ਸਾਹਮਣੇ ਸਾਈਕਲ ਖਿਲਾ ਲਿਆ। ਕਹਿੰਦਾ ਖਿਲਾ ਕੇ ਤੇ ਉੱਥੇ ਮੈਂ ਆਵਾਜ਼ ਦੇਣੀ ਸ਼ੁਰੂ ਕਰ ਦਿੱਤੀ। ਕਹਿੰਦਾ ਫਟਾਫਟ ਬੰਦੇ ਆਉਣਾ ਸ਼ੁਰੂ ਹੋ ਗਏ। ਕਹਿੰਦਾ ਸਮੋਸੇ ਜਿਹੜਾ ਮੇਰੇ ਜਿਹੜੇ ਨਾ ਦਿਹਾੜੀ 12 ਵਜੇ ਉਹ ਵਿਕ ਗਏ। ਕਹਿੰਦਾ ਸਾਰੇ ਸਮੋਸੇ ਮੈਂ ਵੇਚ ਕੇ ਤੇ ਅੱਗੂ ਜਿਸ ਵੇਲੇ ਘਰ ਵਾਪਸ ਆਇਆ ਤੇ ਅੱਬਾ ਜੀ ਪਰੇਸ਼ਾਨ ਹੋ ਗਏ ਕਿ ਸਮੋਸੇ ਸਾਰੇ ਵੇਚ। ਮੈਂ ਕਿਹਾ ਜੀ ਅੱਬਾ ਜੀ ਮੈਂ ਸਮੋਸੇ ਸਾਰੇ ਵੇਚ ਦਿੱਤੇ ਨੇ। ਕਹਿੰਦੇ ਕਿਸ ਤਰ੍ਹਾਂ ਹੋ ਸਕਦਾ, ਮੈਂ ਤੇ ਸ਼ਾਮਾਂ ਤੱਕ ਨਹੀਂ ਸਮੋਸੇ ਵੇਚਦੇ। ਉਹਨੇ ਕਿਹਾ ਅੱਬਾ ਜੀ ਉੱਥੇ ਸ਼ਾਦੀ ਸੀ ਤੇ ਉਹਦੇ ਬੂਹੇ ਅੱਗੇ ਮੈਂ ਖਲੋ ਰਿਹਾ ਸਾਂ ਤੇ ਸਮੋਸੇ ਸਾਰੇ ਵੇਚ ਕੇ ਤੇ ਫਿਰ ਮੈਂ ਆਇਆ। ਉਹਨਾਂ ਕਿਹਾ ਜਿੱਥੇ ਵੀ ਸ਼ਾਦੀ ਹੁੰਦੀ ਹੈ ਮੈਂ ਤੇ ਕਦੇ ਖਲੋਤਾ ਨਹੀਂ ਹੈ, ਮੈਂ ਤੂੰ ਪੋਲੀ ਜੀ ਆਵਾਜ਼ ਦੇਣਾ ਤੇ ਅਗਾ ਨਿਕਲ ਆਉਣਾ। ਉਹਨੇ ਕਿਹਾ ਨਹੀਂ ਅੱਬਾ ਜੀ ਸਾਰੇ ਬੱਚਿਆਂ ਨੇ ਆ ਕੇ ਮੇਰੇ ਕੋਲ ਸਮੋਸੇ ਲਏ ਨੇ, ਇੱਕ ਬੰਦੇ ਨੇ ਤੇ ਮੈਨੂੰ ਫਾਲਤੂ ਪੈਸੇ ਵੀ ਦਿੱਤੇ ਨੇ। ਕਹਿੰਦਾ ਅੱਬਾ ਜੀ ਬੜੇ ਖੁਸ਼ ਹੈ। ਉਹਨੇ ਆਖਿਆ ਪੁੱਤਰ ਚੱਲ ਅੱਗੂ ਦੀ ਜਿੱਥੇ ਸ਼ਾਦੀ ਹੁੰਦੀ ਹੈ ਉੱਥੇ ਮੈਂ ਵੀ ਜਿਹੜਾ ਨਾ ਲੈ ਕੇ ਜਾ ਕਰਾਂਗਾ, ਵਿਕ ਜਾਣ ਕਰਾਂਗੀ। ਕਹਿੰਦਾ ਮੈਂ ਕਿਹਾ ਅੱਬਾ ਜੀ ਮੈਨੂੰ ਦਿਓ ਤੁਸੀਂ ਸਾਈਕਲ, ਹੁਣ ਮੈਂ ਸਮੋਸੇ ਵੇਚਾਂਗਾ। ਕਹਿੰਦਾ ਠੀਕ ਹੈ ਪੁੱਤਰ ਤੂੰ ਵੇਚ ਲੈ। ਕਹਿੰਦਾ ਮੈਂ ਸਮੋਸੇ ਵੇਚਣੇ ਸ਼ੁਰੂ ਕਰ ਦਿੱਤੇ। ਅੱਬੇਰਾਂ ਨੂੰ ਮੈਂ ਘਰ ਬਿਠਾ ਦਿੱਤਾ। ਕਹਿੰਦਾ ਅੱਬਾ ਜੀ ਘਰ ਬਹਿ ਗਏ। ਕਹਿੰਦਾ ਮੈਂ ਸਮੋਸੇ ਵੇਚਣੇ ਸ਼ੁਰੂ ਕੀਤੇ। ਕਹਿੰਦਾ ਨਾਲ ਵਾਲੇ ਪਿੰਡ ਜਿਹੜਾ ਨਾ ਉੱਥੇ ਇੱਕ ਦੁਕਾਨ ਖਾਲੀ ਸੀ। ਕਹਿੰਦਾ ਮੈਂ ਉਹਦੇ ਕੋਲ ਖਲੋਂਦਾ ਸਾਂ ਜਾ ਕੇ। ਉਹਨੇ ਆਖਿਆ ਯਾਰ ਗੱਲ ਸੁਣ ਤੇਰੇ ਸਮੋਸੇ ਬੜੇ ਹੀ ਵਧੀਆ ਹੁੰਦੇ ਨੇ, ਤੂੰ ਇੰਜ ਕਰ ਇਹ ਦੁਕਾਨ ਲੈ ਲੈ ਤੇ ਇੱਥੇ ਤੂੰ ਦੁਕਾਨ ਪਾ ਲੈ। ਕਹਿੰਦਾ ਮੈਂ ਕਿਹਾ ਯਾਰ ਸਾਡੇ ਕੋਲ ਤੇ ਬੜੀ ਮੁਸ਼ਕਲ ਆ, ਜਿਹੜਾ ਘਰ ਦਾ ਖਰਚਾ ਚੱਲਦਾ ਤੇ ਦੁਕਾਨ ਦਾ ਕਿਰਾਇਆ ਦੇਣਾ ਮੁਸ਼ਕਲ ਹੋ ਜਾਣਾ। ਉਹਨੇ ਆਖਿਆ ਤੂੰ ਇਹਦੀ ਟੈਨਸ਼ਨ ਨਾ ਲੈ, ਤੇਰੇ ਕੋਲ ਕੋਈ ਬੰਦਾ ਕਿਰਾਇਆ ਨਹੀਂ ਲੈਣ ਲਗਾ, ਅੱਗੇ ਵੀ ਬੜੀ ਅਰਸੇ ਦੀ ਇਹ ਦੁਕਾਨ ਜਿਹੜੀ ਹੈ ਇਸ ਤਰ੍ਹਾਂ ਬੰਦ ਪਈ ਹੈ। ਕਹਿੰਦਾ ਉਹਨੇ ਉਹਦੇ ਨਾਲ ਗੱਲ ਕੀਤੀ ਤੇ ਮੈਂ ਘਰ ਆ ਕੇ ਅੱਬੇ ਨੂੰ ਦੱਸਿਆ। ਅੱਬਾ ਜੀ ਕਹਿੰਦੇ ਨਹੀਂ ਪੁੱਤਰ ਅਸੀਂ ਦੁਕਾਨ ਨਹੀਂ ਰੱਖਦੇ। ਉਹਨੇ ਕਿਹਾ ਅੱਬਾ ਜੀ ਤੁਸੀਂ ਟੈਨਸ਼ਨ ਲਓ, ਕਿਰਾਇਆ ਸ਼ਾਇਦ ਕੋਈ ਨਹੀਂ ਦੇਣਾ। ਕਹਿੰਦਾ ਅੰਮਾ ਜੀ ਵੀ ਰਾਜ਼ੀ ਹੋ ਗਏ। ਅੰਮਾ ਜੀ ਕਹਿੰਦਾ ਤੂੰ ਫਿਕਰ ਨਾ ਕਰ, ਮਸਾਲਾ ਮੈਂ ਮੁੰਡੇ ਨੂੰ ਬਣਾ ਦਿਆਂ ਕਰਾਂਗੀ ਤੇ ਮੁੰਡਾ ਜਿਹੜਾ ਨਾ ਜਾ ਕੇ ਉੱਥੇ ਸਮੋਸੇ ਜਿਹੜਾ ਲਾ ਲੇ ਕਰੇਗਾ। ਕਹਿੰਦਾ ਮੈਂ ਜੀ ਕੀਤਾ, ਦੁਕਾਨ ਨੂੰ ਲੈ ਲਈ, ਇੱਕ ਫਟਾ ਜਿਹਾ ਬਣਾ ਕੇ ਕਹਿੰਦਾ ਉੱਥੇ ਨਾਲ ਜਿਹੜਾ ਮੈਂ ਰੱਖ ਲਏ। ਕਹਿੰਦਾ ਸਮੋਸੇ ਜੂ ਹੀ ਮੈਂ ਰੱਖੇ ਤੇ ਚੰਗੇ ਭਲੇ ਜਿਹੜਾ ਅੱਗੇ ਪਿੱਛੇ ਪਿੰਡ ਵਾਲੇ ਜਿਹੜੇ ਮੇਰੇ ਕੋਲ ਸਮੋਸੇ ਲੈਣ ਲੱਗ ਪਏ। ਕਹਿੰਦਾ ਬੜੇ ਮੇਰੇ ਸਮੋਸੇ ਨਿਕਲਣ ਲੱਗ ਪਏ। ਕਹਿੰਦਾ ਆਸਤਾ ਆਸਤਾ ਮੈਂ ਨਾਲ
ਪਕੌੜੇ ਰੱਖ ਲਏ। ਕਹਿੰਦਾ ਇਸ ਵੇਲੇ ਪਕੌੜੇ ਰੱਖੇ, ਕਹਿੰਦਾ ਹੋਰ ਜਿਹੜੀ ਮੇਰੀ ਦੁਕਾਨਦਾਰੀ ਜਿਹੜੀ ਆ ਵੱਧ ਗਈ। ਕਹਿੰਦਾ ਉਸ ਤੋਂ ਬਾਅਦ ਕਿਸੇ ਬੰਦੇ ਨੇ ਮਸ਼ਵਰਾ ਦਿੱਤਾ ਕਿ ਤੂੰ ਨਾਲ ਸਮੋਸਾ ਚਾਟ ਵੀ ਰੱਖ। ਕਹਿੰਦਾ ਫਿਰ ਮੈਂ ਨਾਲ ਸਮੋਸਾ ਚਾਟ ਵੀ ਰੱਖੀ। ਕਹਿੰਦਾ ਉਸ ਤੋਂ ਬਾਅਦ ਜਿਹੜਾ ਮੇਰੀ ਹੋਰ ਜ਼ਿਆਦਾ ਰਸ਼ ਪੈ ਗਿਆ, ਬੰਦੇ ਮੇਰੇ ਕੋਲ ਖਲੋ ਕੇ ਜਿਹੜਾ ਸਮੋਸਾ ਚਾਟ ਖਾ ਕੇ ਜਾਂਦੇ ਸੀ। ਕਹਿੰਦਾ ਮੈਂ ਅਮਾਰਾਂ ਨੂੰ ਛੁੱਟੀ ਕਰਾ ਦਿੱਤੀ, ਮਸਾਲਾ ਜਿਹੜਾ ਮੈਂ ਆਪੂ ਤਿਆਰ ਕਰਦਾ ਸਾਂ ਉਤੋਂ ਮੈਂ ਇੱਕ ਮੋੜਾ ਰੱਖ ਲਿਆ। ਕਹਿੰਦਾ ਚੰਗੀ ਭਲੀ ਮੇਰਾ ਕਾਰੋਬਾਰ ਜਿਹੜਾ ਉਹ ਸਿਸਟਮ ਜਿਹੜਾ ਅਗਾ ਵੱਧ ਪਿਆ ਸੀ ਤੇ ਘਰ ਦੇ ਚੰਗੇ ਭਲੇ ਖਰਚੇ ਚੱਲ ਗਏ ਸੀ। ਕਹਿੰਦਾ ਇਸ ਤਰ੍ਹਾਂ ਹੋਇਆ ਕਿ ਮੈਂ ਕੋਸ਼ਿਸ਼ ਕੀਤੀ ਕਿ ਨਾਲ ਵਾਲੇ ਪਿੰਡ ਜਿਹੜਾ ਨਾ ਉੱਥੇ ਵੀ ਇੱਕ ਦੁਕਾਨ ਪਾ ਲਵਾਂ। ਕਹਿੰਦਾ ਮੈਂ ਜਿਸ ਵੇਲੇ ਉੱਥੇ ਦੁਕਾਨ ਪਾਈ ਹੈ, ਕਹਿੰਦਾ ਲੇਕਿਨ ਉਹ ਜਿਹੜੀ ਦੁਕਾਨ ਹੈ ਮੈਂ ਜਿਹੜਾ ਸ਼ਾਗਿਰਦ ਰੱਖਿਆ ਸੀ ਉਹਨੇ ਸੰਭਾਲੀ ਤੇ ਮੇਰੇ ਨਾਲ ਜਿਹੜਾ ਉਹਦੀ ਚੰਗੀ ਭਲੀ ਲੜਾਈ ਹੋ ਗਈ। ਉਹਨੇ ਕਿਹਾ ਮੈਂ ਦੁਕਾਨ ਨਹੀਂ ਦੇਣੀ। ਕਹਿੰਦਾ ਉਹ ਬੜੇ ਡਾਢੇ ਬੰਦੇ ਸੀ ਲੇਕਿਨ ਉਂਝ ਜੋ ਮੇਰੇ ਕੋਲ ਸ਼ਾਗਿਰਦ ਪਿਆ ਸੀ। ਕਹਿੰਦਾ ਮੈਂ ਫਿਰ ਉਸੇ ਦੁਕਾਨ ਤੇ ਆ ਗਿਆ। ਕਹਿੰਦਾ ਆਸਤਾ ਆਸਤਾ ਚਲੋ ਮੇਰਾ ਇਸ ਤਰ੍ਹਾਂ ਦਾ ਕੰਮ ਬਣਿਆ ਕਿ ਮੈਂ ਜਿਹੜਾ ਬਾਹਰ ਨਿਕਲ ਆਇਆ, ਬਸ ਸਵੱਬ ਲੱਗਣਾ ਹੁੰਦਾ ਹੈ। ਕਹਿੰਦਾ ਮੇਰਾ ਸਵੱਬ ਨਿਕਲਿਆ ਤੇ ਮੈਂ ਜਿਹੜਾ ਇੱਥੇ ਬਾਹਰ ਆ ਗਿਆ। ਕਹਿੰਦਾ ਮੈਂ ਜਿਸਲੇ ਬਾਹਰ ਪਹੁੰਚਿਆ ਆ ਕੇ ਫਿਰ ਮੈਂ ਬੜੀ ਮਿਹਨਤ ਕੀਤੀ ਹੈ ਤੇ ਮੈਨੂੰ ਅਜੇ ਵੀ ਯਾਦ ਆ ਮੈਂ ਸਮੋਸੇ ਵੇਚੇ ਨੇ। ਕਹਿੰਦਾ ਮੈਂ ਸਾਰਿਆਂ ਨੂੰ ਲਲਕਰ ਕੇ ਦੱਸਣਾ ਕਿ ਪਹਿਲਾਂ ਮੇਰੇ ਬਜ਼ੁਰਗ ਵੇਚਦੇ ਰਹੇ ਨੇ ਫਿਰ ਮੈਂ ਵੇਚੇ ਨੇ। ਕਹਿੰਦਾ ਹੁਣ ਵੀ ਜਿਹੜਾ ਇੱਥੇ ਵੀ ਜਿਹੜਾ ਮੈਂ ਸਮੋਸੇ ਬੰਦਿਆਂ ਨੂੰ ਬਣਾ ਕੇ ਦੇਣਾ ਤੇ ਕਹਿੰਦੇ ਨੇ ਵਾਕਈ ਯਾਰ ਤੂੰ ਬੜੇ ਸੋਹਣੇ ਸਮੋਸੇ ਜਿਹੜਾ ਬਣਾਉਂਦੇ। ਕਹਿੰਦਾ ਜ਼ਾਹਰੀ ਗੱਲ ਆ ਸਾਡਾ ਜਿਹੜਾ ਬਚਪਨ ਦਾ ਇਹ ਕਾਰੋਬਾਰ ਸੀ, ਅਸੀਂ ਕਿਸ ਤਰ੍ਹਾਂ ਨਹੀਂ ਸਮੋਸੇ। ਕਹਿੰਦਾ ਯਾਰ ਤੂੰ ਸਾਡੇ ਕੋਲ ਇੱਥੇ ਰੈਸਟੋਰੈਂਟ ਤੇ ਲੱਗ। ਕਹਿੰਦਾ ਮੈਂ ਕਿਹਾ ਯਾਰ ਮੈਂ ਫੈਕਟਰੀ ਲੱਗਿਆ, ਬੜਾ ਸੋਹਣਾ ਮੇਰਾ ਕੰਮ ਹੈ, ਮੈਂ ਫਿੱਟ ਜਾ ਰਿਹਾ, ਮੈਨੂੰ ਮਜ਼ੀਦ ਕੋਈ ਨਹੀਂ ਜ਼ਰੂਰਤ ਹੈ ਵੀ ਕੋਈ ਸਮੋਸੇ ਹੁਣ ਵੇਚਣ ਦੀ। ਕਹਿੰਦਾ ਬਹਰਹਾਲ ਮੈਂ ਬੜਾ ਖੁਸ਼ ਹਾਂ। ਲੇਕਿਨ ਕਹਿੰਦਾ ਇਹ ਸਟੋਰੀ ਮੇਰੀ ਆਈ ਸੀ ਕਿ ਜਿਹੜੀ ਉਹਨੇ ਸੁਣਾਈ ਸੀ ਮੈਨੂੰ, ਮੈਂ ਤੁਹਾਨੂੰ ਸੁਣਾਈ ਹੈ। ਅਗਰ ਪਸੰਦ ਆਈ ਹੋਵੇ ਤਾਂ ਲਾਈਕ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ, ਦਿਲ ਮੰਨੇ ਤੇ ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਅੱਲਾ ਹਾਫਿਜ਼।